ਪਿਆਰੇ ਵਿਦਿਆਰਥੀਓ, ਤੁਹਾਨੂੰ ਸਾਰਿਆਂ ਨੂੰ ਮੇਰੀ ਸਤਿ ਸ਼੍ਰੀ ਅਕਾਲ। ਮੈਂ ਡਾਕਟਰ ਅਨੀਤਾ ਮੜੀਆ, ਐਸੋਸੀਏਟ ਪ੍ਰੋਫੈਸਰ ਪੰਜਾਬੀ, ਗੌਰਮੈਂਟ ਨੈਸ਼ਨਲ ਕਾਲਜ ਸਰਸਾ। ਮੇਰਾ ਅੱਜ ਦਾ ਵਿਚਾਰ ਵਟਾਂਦਰੇ ਦਾ ਵਿਸ਼ਾ ਹੈ ਬਾਬਾ ਫਰੀਦ। ਬਾਬਾ ਫਰੀਦ ਜੀ ਪੰਜਾਬੀ ਸੂਫੀ ਸਾਹਿਤ ਦੇ ਮੋਢੀ ਕਵੀ ਮੰਨੇ ਜਾਂਦੇ ਹਨ। ਉਹਨਾਂ ਦਾ ਜਨਮ 1173 ਈਸਵੀ ਵਿੱਚ ਹੋਇਆ ਅਤੇ ਮੌਤ 1266 ਈਸਵੀ ਵਿੱਚ ਹੋਈ ਮੰਨੀ ਜਾਂਦੀ ਹੈ। ਉਹਨਾਂ ਦੀ ਬਾਣੀ ਪੰਜਾਬੀ ਤੋਂ ਇਲਾਵਾ ਅਰਬੀ ਫਾਰਸੀ ਵਿੱਚ ਵੀ ਮਿਲਦੀ ਹੈ। ਉਹਨਾਂ ਦੇ ਪੰਜਾਬੀ ਦੇ 112 ਸ਼ਲੋਕ ਅਤੇ 4 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਸ ਲਈ ਉਹਨਾਂ ਦੀ ਕਾਵਿ ਰਚਨਾ ਬਾਣੀ ਦਾ ਦਰਜਾ ਰੱਖਦੀ ਹੈ। ਉਹਨਾਂ ਦੀ ਬਾਣੀ ਸੂਫੀ ਵਿਚਾਰਧਾਰਾ ਨਾਲ ਸੰਬੰਧਿਤ ਹੋਣ ਦੇ ਬਾਵਜੂਦ ਵੀ ਗੁਰਬਾਣੀ ਨਾਲ ਏਕਤਾ ਰੱਖਦੀ ਹੈ। ਉਹਨਾਂ ਦੇ ਜਿਹੜੇ ਵਿਚਾਰ ਹਨ ਉਹ ਇਸ ਪ੍ਰਕਾਰ ਹਨ। ਪਹਿਲਾ ਹੈ ਧਾਰਮਿਕ ਕਰਮਕਾਂਡ ਪ੍ਰਤੀ ਕੱਟੜਤਾ। ਬਾਬਾ ਫਰੀਦ ਜੀ ਦੀ ਮੁੱਢਲੀ ਕਵਿਤਾ ਪੜ੍ਹਨ 'ਤੇ ਉਹ ਸਾਨੂੰ ਧਾਰਮਿਕ ਕਰਮਕਾਂਡਾਂ ਪ੍ਰਤੀ ਕੱਟੜ ਦਿਖਾਈ ਦਿੰਦੇ ਹਨ। ਉਹ 5 ਵਕਤ ਮਸੀਤ ਜਾ ਕੇ ਨਮਾਜ਼ ਪੜ੍ਹਨ ਨੂੰ ਤਰਜੀਹ ਦਿੰਦੇ ਹਨ। ਉਹਨਾਂ ਦਾ ਵਿਚਾਰ ਹੈ, ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ, ਕਬਹੀਂ ਚੱਲ ਨਾ ਆਇਆ 5 ਵਕਤ ਮਸੀਤ। ਫਰੀਦ ਜੀ ਲਿਖਦੇ ਹਨ ਕਿ ਹੇ ਮਨੁੱਖ, ਤੂੰ ਬੇਲਗਾਮ ਕੁੱਤੇ ਵਰਗਾ ਹੈ ਅਤੇ ਤੇਰਾ ਇਹ ਕਾਰਜ ਚੰਗਾ ਨਹੀਂ। ਕਦੇ ਵੀ ਤੂੰ ਚੱਲ ਕੇ 5 ਵਕਤ ਮਸੀਤ ਵਿੱਚ ਨਹੀਂ ਆਉਂਦਾ ਤੇ ਨਮਾਜ਼ ਨਹੀਂ ਪੜ੍ਹਦਾ। ਉਹਨਾਂ ਦਾ ਅਗਲਾ ਵਿਚਾਰ ਹੈ ਧਾਰਮਿਕ ਸਾਂਝ। ਅਸੀਂ ਦੇਖਦੇ ਹਾਂ ਕਿ ਭਾਰਤ ਵਿੱਚ ਧਾਰਮਿਕ ਸਾਂਝ ਹੋਣ ਕਰਕੇ ਹੌਲੀ ਹੌਲੀ ਉਹ ਵੀ ਇਸ ਦੇ ਪ੍ਰਭਾਵ ਵਿੱਚ ਆਏ ਲੱਗਦੇ ਹਨ। ਉਹਨਾਂ ਦੀ ਬਾਅਦ ਦੀ ਕਵਿਤਾ ਵਿੱਚ ਧਾਰਮਿਕ ਸਾਂਝ ਦਿਖਾਈ ਦਿੰਦੀ ਹੈ। ਉਹ ਕਹਿੰਦੇ ਹਨ ਕਿ ਮੁੱਢਲੀ ਸ਼ਰਤ ਪਰਮਾਤਮਾ ਨੂੰ ਪਾਉਣ ਦੀ ਹੋਣੀ ਚਾਹੀਦੀ ਹੈ, ਰਾਹ ਭਾਵੇਂ ਕੋਈ ਵੀ ਅਪਣਾਇਆ ਜਾਵੇ। ਇਸ ਬਾਰੇ ਉਹਨਾਂ ਦਾ ਵਿਚਾਰ ਹੈ, ਪਾੜ ਪਟੋਲਾ ਧੱਜ ਕਰੀ, ਕੰਬਲੜੀ ਪਹਿਰਿਓ, ਜਿਨੀ ਵੇਸੀ ਸੌ ਮਿਲੇ ਸੇਈ ਵੇਸ ਕਰਿਓ। ਉਹ ਕਹਿੰਦੇ ਹਨ ਕਿ ਕਿਸੇ ਵੀ ਪ੍ਰਕਾਰ ਦੇ ਕੱਪੜੇ ਪਾਏ ਜਾਣ, ਭਾਵੇਂ ਕੰਬਲ ਲਪੇਟਿਆ ਜਾਵੇ, ਜਿਹੜੇ ਵੀ ਕੱਪੜਿਆਂ ਨਾਲ ਤੁਹਾਨੂੰ ਪਰਮਾਤਮਾ ਮਿਲੇ, ਅਸਲੀ ਸ਼ਰਤ ਪਰਮਾਤਮਾ ਦੇ ਮਿਲਣ ਦੀ ਹੋਣੀ ਚਾਹੀਦੀ ਹੈ। ਉਹੀ ਕੱਪੜੇ ਤੁਸੀਂ ਪਾ ਲਓ, ਉਹੀ ਵੇਸ ਤੁਸੀਂ ਅਪਣਾ ਲਓ। ਪਰਮਾਤਮਾ ਦਾ ਸਰੂਪ। ਬਾਬਾ ਫਰੀਦ ਜੀ ਦੀ ਬਾਣੀ ਦਾ ਮੂਲ ਮਨੋਰਥ ਜੀਵ ਆਤਮਾ ਨੂੰ ਪਰਮਾਤਮਾ ਨਾਲ ਜੋੜਨਾ ਹੈ। ਇਸ ਲਈ ਉਹਨਾਂ ਨੇ ਸੁਚੇਤ ਅਤੇ ਅਚੇਤ ਤੌਰ 'ਤੇ ਆਪਣੇ ਵਿਚਾਰ ਪੇਸ਼ ਕੀਤੇ ਹਨ। ਉਹਨਾਂ ਨੇ ਆਪਣੀ ਬਾਣੀ ਰਾਹੀਂ ਰੱਬ ਬਾਰੇ ਲਿਖਿਆ ਹੈ ਕਿ ਉਹ ਅਪਰੰਪਾਰ ਹੈ। ਉਸ ਪਰਮਾਤਮਾ ਜੋ ਹੈ ਉਹ ਸੰਪੂਰਨ ਬ੍ਰਹਮੰਡ ਦਾ ਸਿਰਜਕ ਹੈ, ਸ੍ਰਿਸ਼ਟੀ ਦਾ ਪਾਲਣਹਾਰ ਹੈ ਅਤੇ ਗੁਨਾਹਾਂ ਦਾ ਬਖਸ਼ਣਹਾਰ ਹੈ। ਉਸ ਅਪਰੰਪਾਰ ਹਸਤੀ ਨੂੰ ਫਰੀਦ ਨੇ ਆਪਣੀ ਬਾਣੀ ਵਿੱਚ ਹਰ ਰੂਪ ਵਿੱਚ ਅਪਣਾਇਆ ਹੈ ਅਤੇ ਸਿਰਜਿਆ ਹੈ। ਉਹ ਲਿਖਦੇ ਹਨ, ਪਰਵਰਦਗਾਰ ਅਪਾਰ ਅਗਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਉਹ ਪਰਮਾਤਮਾ ਪਾਲਣਹਾਰ ਹੈ, ਉਸ ਦਾ ਪਾਰ ਨਹੀਂ ਪਾਇਆ ਜਾ ਸਕਦਾ। ਉਹ ਇਹ ਪਹੁੰਚ ਹੈ ਅਤੇ ਉਸ ਦਾ ਅੰਤ ਨਹੀਂ ਜਾਣਿਆ ਜਾ ਸਕਦਾ। ਇਸ ਸਭ ਕੁਝ ਦਾ ਇਹ ਅਰਥ ਨਹੀਂ ਕਿ ਉਸ ਪਰਮਾਤਮਾ ਨੂੰ ਜਾਣਿਆ ਹੀ ਨਹੀਂ ਜਾ ਸਕਦਾ, ਸਗੋਂ ਇਸ ਦਾ ਅਰਥ ਹੈ ਕਿ ਉਸ ਨੂੰ ਜਿੰਨਾ ਜਾਣਿਆ ਜਾਵੇ ਉਹ ਘੱਟ ਹੈ। ਉਹ ਅੱਗੇ ਹੋਰ ਦੀ ਹੋਰ ਬਹੁਤ ਕੁਝ ਹੈ। ਇਸ ਲਈ ਜਿਨ੍ਹਾਂ ਨੇ ਉਸ ਨੂੰ ਪਛਾਣਿਆ, ਜਿਨ੍ਹਾਂ ਨੇ ਉਸ ਨੂੰ ਜਾਣਿਆ, ਉਹਨਾਂ ਦੇ ਮੈਂ ਪੈਰ ਚੁੰਮਦਾ ਹਾਂ। ਉਹਨਾਂ ਦਾ ਅਗਲਾ ਵਿਚਾਰ ਹੈ ਗੁਰੂ ਦਾ ਮਹੱਤਵ। ਇਸ ਪਰਮਾਤਮਾ ਨੂੰ ਜਾਣਨ ਲਈ ਸੱਚੇ ਗੁਰੂ ਦੀ ਭਾਲ ਜ਼ਰੂਰੀ ਹੈ। ਜਦੋਂ ਸੱਚਾ ਗੁਰੂ ਮਿਲਦਾ ਹੈ ਤਾਂ ਉਹ ਪਰਮਾਤਮਾ ਤੱਕ ਪਹੁੰਚਣ ਦਾ ਰਾਹ ਦੱਸਦਾ ਹੈ। ਮਨੁੱਖ ਉਸ ਰਾਹ 'ਤੇ ਤੁਰ ਕੇ ਪਰਮਾਤਮਾ ਤੱਕ ਪਹੁੰਚਦਾ ਹੈ। ਗੁਰੂ ਤੋਂ ਬਿਨਾਂ ਪਰਮਾਤਮਾ ਤੱਕ ਪਹੁੰਚਣਾ ਸੰਭਵ ਨਹੀਂ। ਇਸ ਬਾਰੇ ਬਾਬਾ ਫਰੀਦ ਜੀ ਦੇ ਵਿਚਾਰ ਹਨ, ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਏ। ਉਹ ਕਹਿੰਦੇ ਹਨ ਕਿ ਸੱਚ ਦਾ ਰਾਹ ਅਪਣਾਉਣਾ ਚਾਹੀਦਾ ਹੈ, ਝੂਠ ਦਾ ਰਾਹ ਨਹੀਂ ਅਪਣਾਉਣਾ ਚਾਹੀਦਾ। ਝੂਠ ਦਾ ਰਾਹ ਹੈ ਮੋਹ ਮਾਇਆ ਦੇ ਬੰਧਨ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜਾ ਹੈ ਉਹ ਝੂਠ ਦਾ ਰਾਹ ਹੈ, ਇਸ ਨੂੰ ਨਹੀਂ ਅਪਣਾਉਣਾ ਚਾਹੀਦਾ ਅਤੇ ਗੁਰੂ ਜਿਹੜਾ ਰਾਹ ਦੱਸੇ ਉਸ ਰਾਹ 'ਤੇ ਤੁਰਨਾ ਚਾਹੀਦਾ ਹੈ। ਅਗਲਾ ਵਿਚਾਰ ਬਾਬਾ ਫਰੀਦ ਜੀ ਦਾ ਹੈ, ਜ਼ਿੰਦਗੀ ਦੀ ਨਾਸ਼ਮਾਨਤਾ। ਬਾਬਾ ਫਰੀਦ ਜੀ ਨੇ ਜ਼ਿੰਦਗੀ ਦੀ ਨਾਸ਼ਮਾਨਤਾ ਬਾਰੇ ਵੀ ਲਿਖਿਆ ਹੈ।
ਜਿਸ ਦਾ ਭਾਵ ਹੈ ਕਿ ਜੋ ਵੀ ਮਨੁੱਖ ਇਸ ਦੁਨੀਆ ਵਿੱਚ ਆਇਆ ਹੈ ਉਸ ਨੂੰ ਇੱਕ ਦਿਨ ਇਹ ਦੁਨੀਆ ਛੱਡ ਕੇ ਜਾਣਾ ਪੈਣਾ ਹੈ। ਇਸ ਦੁਨੀਆ ਵਿੱਚ ਕੁਝ ਵੀ ਸਥਿਰ ਨਹੀਂ ਹੈ, ਸਭ ਕੁਝ ਅਸਥਿਰ ਹੈ। ਇਸ ਲਈ ਮਨੁੱਖ ਨੂੰ ਆਪਣੇ ਅੱਗੇ ਦੀ ਤਿਆਰੀ ਕਰਨੀ ਚਾਹੀਦੀ ਹੈ, ਕਿਉਂਕਿ ਕਿਸੇ ਵੀ ਦਿਨ ਮੌਤ ਉਸ ਦੇ ਸਿਰਹਾਣੇ ਆ ਕੇ ਖੜੀ ਹੋ ਜਾਏਗੀ। ਇਸ ਬਾਰੇ ਉਹਨਾਂ ਦੇ ਵਿਚਾਰ ਹਨ: ਜਿਤ ਦਿਹਾੜੇ ਧਨ ਵਰੀ ਸਾਹੇ ਲਈ ਲਖਾਏ, ਮਲਕ ਜੋ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਇਸ ਬਾਰੇ ਉਹ ਲਿਖਦੇ ਹਨ ਕਿ ਜਿਹੜਾ ਇਹ ਦੁਨੀਆ ਹੈ ਉਹ ਪੇਕਾ ਘਰ ਹੈ, ਅਤੇ ਉਹ ਦੁਨੀਆ ਪਰਮਾਤਮਾ ਦੀ ਦੁਨੀਆ ਜਿਹੜੀ ਹੈ ਉਹ ਸਹੁਰਾ ਘਰ ਹੈ, ਅਤੇ ਹਰ ਇਸਤਰੀ ਨੂੰ ਪੇਕਾ ਘਰ ਛੱਡ ਕੇ ਸਹੁਰੇ ਘਰ ਜਾਣਾ ਪੈਣਾ ਹੈ। ਉਹ ਲਿਖਦੇ ਹਨ, ਜਿਤ ਦਿਹਾੜੇ ਧਨ ਵਰੀ ਸਾਹੇ ਲਈ ਲਖਾਏ। ਜਿਸ ਦਿਨ ਇੱਕ ਇਸਤਰੀ ਦਾ ਮੰਗਣਾ ਹੋ ਜਾਂਦਾ ਹੈ ਅਤੇ ਉਸ ਦਾ ਵਿਆਹ ਦਾ ਦਿਨ ਨਿਸ਼ਚਿਤ ਕਰ ਦਿੱਤਾ ਜਾਂਦਾ ਹੈ, ਉਸ ਦਿਨ ਉਸ ਦਾ ਵਿਆਹ ਹੋਣਾ ਹੀ ਹੁੰਦਾ ਹੈ। ਉਸੇ ਤਰ੍ਹਾਂ ਹੀ ਮਲਕੁਲ ਮੌਤ ਦਾ ਫਰਿਸ਼ਤਾ ਜਿਹੜਾ ਹੈ ਉਹ ਵੀ ਇੱਕ ਨਿਸ਼ਚਿਤ ਦਿਨ ਆ ਕੇ ਖੜਾ ਹੋ ਜਾਂਦਾ ਹੈ ਅਤੇ ਸਾਨੂੰ ਲੈ ਜਾਂਦਾ ਹੈ। ਉਹਨਾਂ ਦਾ ਅਗਲਾ ਵਿਚਾਰ ਹੈ ਸਬਰ ਸ਼ੁਕਰ ਦਾ ਜੀਵਨ। ਬਾਬਾ ਫਰੀਦ ਜੀ ਨੇ ਸਬਰ ਤੇ ਸ਼ੁਕਰ ਦਾ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ ਹੈ। ਉਹਨਾਂ ਅਨੁਸਾਰ ਲਾਲਚ ਸਭ ਬੁਰਾਈਆਂ ਦੀ ਜੜ ਹੈ। ਉਸ ਤੋਂ ਬਚਣ ਲਈ ਮਨੁੱਖ ਨੂੰ ਸਬਰ ਸ਼ੁਕਰ ਅਤੇ ਨਿਮਰਤਾ ਭਰਿਆ ਜੀਵਨ ਜਿਉਣਾ ਚਾਹੀਦਾ ਹੈ, ਤਾਂ ਹੀ ਉਹ ਚੰਗੀ ਜ਼ਿੰਦਗੀ ਜਿਉ ਸਕਦਾ ਹੈ। ਅਜਿਹੇ ਵਿਚਾਰ ਉਹਨਾਂ ਦੇ ਇਉਂ ਪੇਸ਼ ਹੋਏ ਹਨ: ਰੁੱਖੀ ਸੁੱਖੀ ਖਾਏ ਕੇ ਠੰਡਾ ਪਾਣੀ ਪੀਓ, ਫਰੀਦਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉਹ ਕਹਿੰਦੇ ਹਨ ਕਿ ਜਿਹੋ ਜਿਹੀ ਜ਼ਿੰਦਗੀ ਸਾਨੂੰ ਮਿਲੀ ਹੈ, ਜੋ ਕੁਝ ਸਾਨੂੰ ਮਿਲਿਆ ਹੈ ਉਸ ਨੂੰ ਹੀ ਜਿਉਣਾ ਚਾਹੀਦਾ ਹੈ, ਉਸ ਅਨੁਸਾਰ ਹੀ ਵਧੀਆ ਸਮਝਣਾ ਚਾਹੀਦਾ ਹੈ। ਕਿਸੇ ਹੋਰ ਦੇ ਚੰਗੇ ਮਹਿਲ ਮਾੜੀਆਂ ਦੇਖ ਕੇ ਦਿਲ ਨਹੀਂ ਤਰਸਾਉਣਾ ਚਾਹੀਦਾ। ਬਾਬਾ ਫਰੀਦ ਜੀ ਦਾ ਅਗਲਾ ਵਿਚਾਰ ਹੈ ਨਾਮ ਦਾ ਮਹੱਤਵ। ਫਰੀਦ ਬਾਣੀ ਅਨੁਸਾਰ ਪਰਮਾਤਮਾ ਮਨੁੱਖ ਦੇ ਅੰਦਰ ਵਸਦਾ ਹੈ। ਜਿਸ ਹਸਤੀ ਦਾ ਨਿਵਾਸ ਸਥਾਨ ਮਨੁੱਖ ਦਾ ਆਪਣਾ ਦਿਲ ਹੁੰਦਾ ਹੈ, ਉਸ ਨੂੰ ਪ੍ਰਾਪਤ ਕਰਨ ਲਈ ਵੀ ਦਿਲ ਦਾ ਰਸਤਾ ਹੀ ਲੋੜੀਂਦਾ ਹੈ। ਅਰਥਾਤ ਮਨੁੱਖ ਅਤੇ ਰੱਬ ਦੀ ਅਭੇਦਤਾ ਏਕਤਾ ਦਾ ਅਨੁਭਵ ਇਸ਼ਕ ਹਕੀਕੀ ਦੇ ਮਾਰਗ 'ਤੇ ਚੱਲਦਿਆਂ ਹੀ ਸੰਭਵ ਹੈ। ਇਸ ਆਸ਼ੇ ਦਾ ਪ੍ਰਗਟਾਵਾ ਫਰੀਦ ਬਾਣੀ ਵਿੱਚ ਇਉਂ ਮਿਲਦਾ ਹੈ: ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰਥੀਏ। ਉਸ ਇਸ਼ਕ ਹਕੀਕੀ ਵਿੱਚ ਰਹਿੰਦਿਆਂ ਹੋਇਆਂ, ਰੰਗਦਿਆਂ ਹੋਇਆਂ ਉਸ ਨਾਮ ਨੂੰ ਸਿਮਰਨ ਕਰਨਾ ਚਾਹੀਦਾ ਹੈ। ਨਾਮ ਜਿਹੜਾ ਹੈ ਉਹ ਸਾਡੇ ਅੰਦਰ ਇੱਕ ਧੁਨ ਵੱਜ ਰਹੀ ਹੈ, ਓਂਕਾਰ ਸਰੂਪ ਹੈ। ਉਸ ਧੁਨ ਨੂੰ ਸੁਣਨਾ ਹੀ ਅਸਲੀ ਨਾਮ ਹੈ। ਸਾਡੇ ਦੁਨੀਆ ਵਿੱਚ ਜਿਹੜੇ ਨਾਮ ਦਿੱਤੇ ਜਾਂਦੇ ਹਨ ਉਹ ਸ਼ਬਦ ਦੇ ਦਿੱਤਾ ਜਾਂਦਾ ਹੈ। ਕੋਈ ਰਾਮ ਰਾਮ ਦੇ ਦਿੰਦਾ ਹੈ, ਕੋਈ ਸ਼ਾਮ ਸ਼ਾਮ, ਕੋਈ ਵਾਹਿਗੁਰੂ, ਪਰ ਅਸਲੀ ਨਾਮ ਜਿਹੜਾ ਹੈ ਉਹ ਸਾਡੇ ਅੰਦਰ ਉਹ ਧੁਨ ਵੱਜ ਰਹੀ ਹੈ ਜਿਹੜੀ ਸਾਰਿਆਂ ਅੰਦਰ ਇੱਕੋ ਜਿਹੀ ਹੈ, ਉਸ ਨੂੰ ਹੀ ਨਾਮ ਕਿਹਾ ਜਾਂਦਾ ਹੈ। ਬਾਬਾ ਫਰੀਦ ਜੀ ਦਾ ਅਗਲਾ ਵਿਚਾਰ ਹੈ ਰੱਬੀ ਪ੍ਰੇਮ। ਬਾਬਾ ਫਰੀਦ ਜੀ ਨੇ ਜੀਵ ਆਤਮਾ ਤੇ ਪਰਮਾਤਮਾ ਲਈ ਪ੍ਰੇਮੀ ਪ੍ਰੇਮਿਕਾ ਦਾ ਪ੍ਰਤੀਕ ਵਰਤਿਆ ਹੈ। ਪਰਮਾਤਮਾ ਦੇ ਰਾਹ ਨੂੰ ਬਿਖੜਾ ਪੈਂਡਾ ਦੱਸਿਆ ਹੈ। ਪਰਮਾਤਮਾ ਦੇ ਰਾਹ 'ਤੇ ਚੱਲਣ ਲੱਗਿਆਂ ਬਹੁਤ ਸਾਰੀਆਂ ਰੁਕਾਵਟਾਂ ਆਉਂਦੀਆਂ ਹਨ। ਪਰਮਾਤਮਾ ਉਸ ਅਸਤਿਤਵ ਨੂੰ ਕਿਹਾ ਜਾਂਦਾ ਹੈ ਜਿਸ ਦੀ ਸੰਤ ਭਾਲ ਕਰਦੇ ਹਨ, ਪਰ ਮਨੁੱਖ ਨੂੰ ਉਹਨਾਂ ਰੁਕਾਵਟਾਂ ਦੀ ਪਰਵਾਹ ਕੀਤੇ ਬਿਨਾਂ ਪਰਮਾਤਮਾ ਤੱਕ ਪਹੁੰਚਣ ਲਈ ਯਤਨ ਕਰਨਾ ਚਾਹੀਦਾ ਹੈ। ਇਸ ਰਾਹ ਬਾਰੇ ਜਿਹੜਾ ਹੈ ਬਾਬਾ ਫਰੀਦ ਜੀ ਲਿਖਦੇ ਹਨ: ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇਹ, ਚਲਾਂ ਤਾਂ ਭਿੱਜੈ ਕੰਬਲੀ, ਰਾਹਾਂ ਤਾਂ ਟੁੱਟੈ ਨੇਹ। ਫਰੀਦ ਜੀ ਕਹਿੰਦੇ ਹਨ ਕਿ ਮੀਂਹ ਵਰ ਰਿਹਾ ਹੈ, ਬਹੁਤ ਤੇਜ਼ ਮੀਂਹ ਵਰ ਰਿਹਾ ਹੈ ਅਤੇ ਗਲੀਆਂ ਚਿੱਕੜ ਨਾਲ ਭਰੀਆਂ ਪਈਆਂ ਹਨ ਅਤੇ ਪ੍ਰੀਤਮ ਦਾ ਘਰ ਦੂਰ ਹੈ। ਜੇ ਤੁਰਦਾ ਹਾਂ ਤਾਂ ਕੰਬਲੀ ਭਿੱਜਦੀ ਹੈ, ਕੱਪੜੇ ਭਿੱਜਦੇ ਹਨ, ਅਤੇ ਰੁਕਦਾ ਹਾਂ ਤਾਂ ਪ੍ਰੇਮ ਟੁੱਟਦਾ ਹੈ। ਤਾਂ ਪ੍ਰੇਮ ਜਿਹੜਾ ਹੈ ਅਜਿਹਾ ਵਤੀਰਾ ਹੈ ਜਿਸ ਬਾਰੇ ਜੇ ਅਸੀਂ ਗੱਲ ਕਰੀਏ ਤਾਂ ਜਦੋਂ ਪ੍ਰੇਮ ਵਾਪਰਦਾ ਹੈ ਤਾਂ ਮਨੁੱਖ ਦੀ ਜ਼ਿੰਦਗੀ ਬਹੁਤ ਸੋਹਣੀ ਹੋ ਜਾਂਦੀ ਹੈ। ਉਸ ਨੂੰ ਪੂਰੀ ਸ੍ਰਿਸ਼ਟੀ ਸੁਹਾਵਣੀ ਲੱਗਣ ਲੱਗ ਪੈਂਦੀ ਹੈ ਅਤੇ ਉਹ ਇੱਕ ਵੱਖਰੀ ਤਰ੍ਹਾਂ ਦਾ ਆਨੰਦ ਮਹਿਸੂਸ ਕਰਦਾ ਹੈ। ਉਸ ਆਨੰਦ ਦੀ ਪ੍ਰਾਪਤੀ ਵਿੱਚ ਰਹਿੰਦਿਆਂ ਹੋਇਆਂ ਮਨੁੱਖ ਜਿਹੜਾ ਹੈ ਪਰਮਾਤਮਾ ਦੇ ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਨੂੰ ਜਿਹੜਾ ਪਰਵਾਹ ਨਹੀਂ ਕਰਦਾ। ਅਤੇ ਉਸ ਬਾਰੇ ਬਾਬਾ ਫਰੀਦ ਜੀ ਨੇ ਲਿਖਿਆ ਹੈ:
ਭਿਜਿਓ ਸਿਜਿਓ ਕੰਬਲੀ, ਅੱਲਾ ਵਰਸਿਓ ਮੇਹ, ਜਾਏ ਮਿਲਾਂ ਤਿਨਾ ਸੱਜਣਾ, ਟੁੱਟੋ ਨਾਹੀ ਨੇਹ। ਕਿ ਮੇਰੇ ਕੱਪੜੇ ਭਿੱਜਦੇ ਹਨ ਤਾਂ ਭਿੱਜ ਜਾਣ, ਪਰਮਾਤਮਾ ਮੀਂਹ ਵਰਸਾਉਂਦਾ ਹੈ ਤਾਂ ਵਰਸਾ ਲਵੇ, ਫਿਰ ਵੀ ਮੈਂ ਉਸ ਪ੍ਰੀਤਮ ਨੂੰ ਜਾ ਕੇ ਮਿਲਾਂਗਾ। ਮੇਰਾ ਜਿਹੜਾ ਨੇਹ ਹੈ, ਪ੍ਰੇਮ ਹੈ, ਉਹ ਨਹੀਂ ਟੁੱਟਣਾ ਚਾਹੀਦਾ। ਅਗਲਾ ਵਿਚਾਰ ਹੈ ਬਿਰਹਾ ਦਾ ਸੰਕਲਪ। ਬਾਬਾ ਫਰੀਦ ਜੀ ਦਾ ਬਿਰਹਾ ਦਾ ਸੰਕਲਪ ਵੀ ਬਹੁਤ ਮਹੱਤਵਪੂਰਨ ਹੈ। ਉਹਨਾਂ ਅਨੁਸਾਰ ਹਰ ਜੀਵ ਆਤਮਾ ਪਰਮਾਤਮਾ ਤੋਂ ਵਿਛੜੀ ਹੋਈ ਹੈ। ਫਰੀਦ ਬਾਣੀ ਅਨੁਸਾਰ ਮਨੁੱਖ ਨੂੰ ਰੱਬ ਨਾਲੋਂ ਵਿਛੜੇ ਹੋਣ ਦਾ ਅਹਿਸਾਸ ਹੀ ਰੱਬ ਨਾਲ ਅਭੇਦ ਹੋਣ ਦੀ ਜਾਂ ਉਸਦੇ ਦੀਦਾਰ ਦੀ ਤਾਂਘ ਨੂੰ ਜਗਾਉਂਦਾ ਹੈ। ਇਸ ਪ੍ਰਕਾਰ ਫਰੀਦ ਬਾਣੀ ਵਿੱਚ ਰਹੱਸਵਾਦ ਦਾ ਮੁੱਖ ਆਧਾਰ ਬਿਰਹੋਂ ਹੈ। ਫਰੀਦ ਬਾਣੀ ਵਿੱਚ ਬਿਰਹੋਂ ਨੂੰ ਨਿਰਾ ਅਧਿਆਤਮਕ ਦੁੱਖ ਹੀ ਨਹੀਂ ਮੰਨਿਆ ਗਿਆ, ਸਗੋਂ ਇਸ ਨੂੰ ਆਪਣੇ ਮੂਲ ਸੋਮੇ ਨਾਲ ਜੁੜਨ ਲਈ ਵਾਲੀ ਅਵਸਥਾ ਵੀ ਮੰਨਿਆ ਗਿਆ ਹੈ। ਬਾਬਾ ਫਰੀਦ ਜੀ ਨੇ ਬਿਰਹੋਂ ਨੂੰ ਸੁਲਤਾਨ ਕਹਿ ਕੇ ਵਡਿਆਇਆ ਹੈ। ਅਸੀਂ ਬਿਰਹੋਂ ਦੀ ਗੱਲ ਕਰੀਏ ਤਾਂ ਜਦੋਂ ਮਨੁੱਖ ਪਰਮਾਤਮਾ ਨੂੰ ਪ੍ਰੇਮ ਕਰਦਾ ਹੈ ਤਾਂ ਉਸ ਦੇ ਨੇੜੇ ਰਹਿਣਾ ਚਾਹੁੰਦਾ ਹੈ। ਉਹ ਹਰ ਸਮੇਂ ਉਸ ਅਸਤਿਤਵ ਵਿੱਚ ਲੀਨ ਰਹਿਣਾ ਚਾਹੁੰਦਾ ਹੈ, ਪਰ ਜਦੋਂ ਉਹ ਉਸ ਤੋਂ ਦੂਰ ਹੋ ਜਾਂਦਾ ਹੈ ਤਾਂ ਉਸ ਦੇ ਬਿਰਹਾ ਵਿੱਚ ਤੜਪਦਾ ਹੈ। ਉਸ ਨੂੰ ਇੱਕ ਪਲ ਵੀ ਚੈਨ ਨਹੀਂ ਆਉਂਦਾ। ਉਸੇ ਬਿਰਹਾ ਨੂੰ ਬਾਬਾ ਫਰੀਦ ਜੀ ਨੇ ਸੁਲਤਾਨ ਵਾਂਗੂ ਕਹਿੰਦਿਆਂ ਹੋਇਆਂ ਲਿਖਿਆ ਹੈ, ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਸ ਤਨ ਬਿਰਹੋਂ ਨਾ ਉਪਜੈ, ਸੋ ਤਨ ਜਾਣ ਮਸਾਣ। ਕਿ ਬਿਰਹਾ ਦੀ ਗੱਲ ਸਾਰੇ ਕਰਦੇ ਹਨ, ਸਾਰੇ ਅਧਿਆਤਮਕ ਕਵੀ ਕਰਦੇ ਹਨ। ਬਿਰਹਾ ਜਿਹੜਾ ਹੈ ਰਾਜਿਆਂ ਮਹਾਰਾਜਿਆਂ ਵਰਗਾ ਹੈ। ਜਿਸ ਸਰੀਰ ਵਿੱਚ ਬਿਰਹੋਂ ਪੈਦਾ ਨਹੀਂ ਹੁੰਦਾ, ਉਹ ਸ਼ਮਸ਼ਾਨ ਵਰਗਾ ਹੁੰਦਾ ਹੈ। ਬਾਬਾ ਫਰੀਦ ਜੀ ਦਾ ਅਗਲਾ ਵਿਚਾਰ ਹੈ ਦੁੱਖ ਦਾ ਸੰਕਲਪ। ਫਰੀਦ ਬਾਣੀ ਅਨੁਸਾਰ ਮਾਨਵ ਆਤਮਾ ਪਰਮਾਤਮਾ ਤੋਂ ਵਿਛੜ ਕੇ ਆਈ ਹੋਈ ਸੂਖਮ ਹੋਂਦ ਹੈ। ਪਰਮਾਤਮਾ ਤੋਂ ਵਿਛੜਨਾ ਹੀ ਸਭ ਤੋਂ ਵੱਡਾ ਦੁੱਖ ਹੈ ਜੋ ਜੀਵ ਆਤਮਾ ਭੋਗ ਰਹੀ ਹੈ। ਜਿੱਥੇ ਪਰਮਾਤਮਾ ਤੋਂ ਵਿਛੜਨਾ ਦੁੱਖ ਹੈ, ਉੱਥੇ ਇਸ ਸੰਸਾਰ ਵਿੱਚ ਆਉਣਾ ਵੀ ਦੁੱਖਦਾਈ ਹੈ, ਕਿਉਂਕਿ ਇਹ ਸੰਸਾਰ ਮਾਇਆ ਅਤੇ ਤ੍ਰਿਸ਼ਨਾ ਦੀ ਭੱਠੀ ਹੈ ਜਿਸ ਵਿੱਚ ਮਨੁੱਖ ਸੜ ਰਿਹਾ ਹੈ। ਇਸ ਪ੍ਰਕਾਰ ਜੀਵ ਆਤਮਾ ਦਾ ਪ੍ਰਭੂ ਤੋਂ ਵਿਛੜ ਜਾਣਾ ਦੁਨੀਆ ਵਿੱਚ ਆ ਕੇ ਹੋਰ ਸੰਘਣਾ ਹੋ ਜਾਂਦਾ ਹੈ। ਇਸ ਲਈ ਬਾਬਾ ਫਰੀਦ ਜੀ ਇਹ ਭਾਵ ਪ੍ਰਬਲ ਰੂਪ ਵਿੱਚ ਪ੍ਰਗਟ ਕਰਦੇ ਹਨ ਕਿ ਸਾਰੇ ਦੁੱਖ ਸੰਸਾਰ ਵਿੱਚ ਪ੍ਰਵੇਸ਼ ਕਰਨ ਨਾਲ ਹੀ ਪੈਦਾ ਹੋ ਜਾਂਦੇ ਹਨ। ਕਾਸ਼ ਅਜਿਹਾ ਨਾ ਹੁੰਦਾ। ਉਹ ਲਿਖਦੇ ਹਨ, ਫਰੀਦ ਜਿਹਦੇ ਨਾਲਾ ਕੱਪਿਆ, ਜੇ ਗੱਲ ਕੱਪੈ ਝੁੱਕ, ਪਵਨ ਨਾ ਏਤੀ ਮਾਮਲੇ, ਸਹਾ ਨਾ ਏਤੀ ਦੁੱਖ। ਫਰੀਦ ਜੀ ਕਹਿੰਦੇ ਹਨ ਕਿ ਜਿਸ ਦਿਨ ਨਾੜੂਆ ਕੱਟਿਆ ਗਿਆ ਸੀ, ਜਦੋਂ ਜਨਮ ਹੋਇਆ ਸੀ ਤਾਂ ਨਾੜੂਆ ਕੱਟਿਆ ਗਿਆ ਸੀ, ਜੇ ਨਾਲ ਗਲ ਵੀ ਕੱਟ ਦਿੱਤਾ ਜਾਂਦਾ ਤਾਂ ਇੰਨੇ ਦੁੱਖ ਨਾ ਪੈਂਦੇ ਅਤੇ ਮਨੁੱਖ ਨੂੰ ਇੰਨੇ ਦੁੱਖ ਨਾ ਸਹਿਣ ਕਰਨਾ ਪੈਂਦੇ। ਜਦੋਂ ਕੋਈ ਸੰਤ ਕਵੀ ਅਜਿਹੀ ਗੱਲ ਕਰਦਾ ਹੈ ਤਾਂ ਉਸ ਦਾ ਅਰਥ ਇਹ ਨਹੀਂ ਹੁੰਦਾ ਕਿ ਉਸ ਨੂੰ ਜ਼ਿੰਦਗੀ ਔਖੀ ਲੱਗ ਰਹੀ ਹੈ, ਸਗੋਂ ਉਹ ਇਸ ਰਾਹੀਂ ਸਮਝਾਉਣਾ ਚਾਹੁੰਦਾ ਹੈ ਕਿ ਮਨੁੱਖ ਅਜਿਹਾ ਸਮਝਦਾ ਹੈ ਕਿ ਇਹ ਦੁਨੀਆ ਔਖੀ ਹੈ, ਇਹ ਦੁਨੀਆ ਵਿੱਚ ਜਿਉਣਾ ਔਖਾ ਹੈ। ਇਸ ਬਾਰੇ ਇੱਕ ਕਹਾਣੀ ਕਹੀ ਜਾ ਸਕਦੀ ਹੈ ਕਿ ਇੱਕ ਵਿਅਕਤੀ ਸੀ, ਉਸਦੇ ਕੋਲ ਇੱਕ ਘੋੜਾ ਸੀ। ਉਸਦਾ ਉਹ ਘੋੜਾ ਗਵਾਚ ਗਿਆ ਤਾਂ ਉਸਦੇ ਸਾਥੀਆਂ ਨੇ ਆ ਕੇ ਕਿਹਾ ਕਿ ਬਹੁਤ ਮਾੜਾ ਹੋਇਆ, ਤੇਰਾ ਘੋੜਾ ਗਵਾਚ ਗਿਆ। ਉਸਨੇ ਕਿਹਾ, ਬਸ ਇੰਨਾ ਕਹੋ ਕਿ ਘੋੜਾ ਗਵਾਚ ਗਿਆ, ਚੰਗੇ ਜਾਂ ਮਾੜੇ ਦੀ ਗੱਲ ਨਾ ਕਹੋ। ਅਗਲੇ ਦਿਨ ਉਹ ਘੋੜਾ ਵਾਪਸ ਆ ਗਿਆ ਤੇ 4 ਘੋੜੇ ਨਾਲ ਲੈ ਆਇਆ। ਤਾਂ ਉਸਦੇ ਸਾਥੀਆਂ ਨੇ ਕਿਹਾ, ਇਹ ਤਾਂ ਬਹੁਤ ਵਧੀਆ ਹੋਇਆ, ਤੇਰਾ ਘੋੜਾ ਵਾਪਸ ਆ ਗਿਆ ਤੇ 4 ਘੋੜੇ ਨਾਲ ਲੈ ਆਇਆ। ਉਸਨੇ ਕਿਹਾ ਕਿ ਬਸ ਇੰਨਾ ਹੀ ਕਹੋ ਕਿ ਮੇਰਾ ਘੋੜਾ ਆਇਆ ਤੇ 4 ਘੋੜੇ ਨਾਲ ਲੈ ਆਇਆ। ਤਾਂ ਉਹਨਾਂ ਘੋੜਿਆਂ ਦੀ ਸਿਖਲਾਈ ਸ਼ੁਰੂ ਕੀਤੀ ਗਈ। ਉਸਦੇ ਪੁੱਤ ਨੇ ਉਹ ਸਿਖਲਾਈ ਸ਼ੁਰੂ ਕੀਤੀ। ਸਿਖਾਉਂਦਿਆਂ ਹੋਇਆਂ ਉਹ ਆਪ ਡਿੱਗ ਪਿਆ ਤੇ ਉਸਦੀ ਲੱਤ ਟੁੱਟ ਗਈ। ਸਾਰਿਆਂ ਨੇ ਆ ਕੇ ਕਿਹਾ ਕਿ ਬਹੁਤ ਮਾੜਾ ਹੋਇਆ, ਤੇਰੇ ਮੁੰਡੇ ਦੀ ਲੱਤ ਟੁੱਟ ਗਈ। ਇਸ ਤੋਂ ਬਾਅਦ ਜਿਹੜਾ ਹੈ ਜੰਗ ਛਿੜ ਗਈ। ਜੰਗ ਛਿੜਨ ਉਪਰੰਤ ਸਾਰਿਆਂ ਦੇ ਪੁੱਤਾਂ ਨੂੰ ਲੈ ਜਾਇਆ ਗਿਆ ਤੇ ਸਾਰਿਆਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਸਾਥੀਆਂ ਨੇ ਆ ਕੇ ਕਿਹਾ, ਤੇਰੇ ਨਾਲ ਬਹੁਤ ਵਧੀਆ ਹੋਇਆ, ਤੇਰੇ ਪੁੱਤ ਦੀ ਟੰਗ ਟੁੱਟੀ ਹੋਈ ਸੀ ਤਾਂ ਉਹ ਤੇਰੇ ਸਾਹਮਣੇ ਹੈ, ਤੇਰੀਆਂ ਅੱਖਾਂ ਦੇ ਸਾਹਮਣੇ ਹੈ, ਉਹ ਨਹੀਂ ਗਿਆ। ਉਹ ਕਹਿੰਦੇ, ਤੁਸੀਂ ਵਾਰ-ਵਾਰ ਇੱਕੋ ਗੱਲ ਕਰਦੇ ਹੋ ਕਿ ਚੰਗਾ ਹੋਇਆ ਜਾਂ ਮਾੜਾ ਹੋਇਆ। ਮੈਂ ਕਹਿੰਦਾ ਹਾਂ ਕਿ ਘਟਨਾ ਵਾਪਰੀ, ਬਸ ਇੰਨਾ ਕਹੋ,
ਕਹਾਣੀ ਨਾ ਘੜੋ। ਜਦੋਂ ਅਸੀਂ ਕਹਾਣੀ ਘੜਦੇ ਹਾਂ ਚੰਗੇ ਜਾਂ ਮਾੜੇ ਦੀ, ਤਾਂ ਅਸੀਂ ਦੁਖੀ ਹੁੰਦੇ ਹਾਂ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਕਹਾਣੀ ਨਾ ਘੜੇ, ਬਸ ਘਟਨਾ ਨੂੰ ਵਾਪਰਦੀ ਦੇਖੇ ਤਾਂ ਉਸ ਨੂੰ ਦੁੱਖ ਨਹੀਂ ਹੁੰਦਾ ਅਤੇ ਉਹ ਦੁੱਖ ਸੁੱਖ ਤੋਂ ਪਾਰ ਹੋ ਜਾਂਦਾ ਹੈ। ਉਸ ਦਾ ਅਗਲਾ ਵਿਚਾਰ ਹੈ ਚੰਗੇ ਕਰਮ ਕਰਨ ਦਾ ਸੰਦੇਸ਼। ਬਾਬਾ ਫਰੀਦ ਜੀ ਦਾ ਸਮੁੱਚਾ ਅਵਲੋਕਨ ਕਰਨ ਉਪਰੰਤ ਇਹ ਤੱਥ ਸਹਿਜੇ ਹੀ ਸਪਸ਼ਟ ਹੋ ਜਾਂਦਾ ਹੈ ਕਿ ਹਰ ਸ਼ਲੋਕ ਦੀ ਤਹਿ ਵਿੱਚ ਆਦਰਸ਼ਕ ਜੀਵ ਬਣਨ ਦੀ ਰੀਤ ਅਤੇ ਮਰਿਆਦਾ ਪੂਰੀ ਤਰ੍ਹਾਂ ਕਾਰਜਸ਼ੀਲ ਹੈ, ਪਰ ਇਸ ਵਿੱਚ ਨੈਤਿਕ ਆਚਾਰ ਸੰਹਿਤਾ ਦੇ ਨਾਲ ਨਾਲ ਅਧਿਆਤਮਕ ਖਿੱਚ ਵੀ ਮੂਰਤੀਮਾਨ ਹੋਈ ਹੈ। ਫਰੀਦ ਬਾਣੀ ਅਨੁਸਾਰ ਨੈਤਿਕਤਾ ਦਾ ਨਿਰਣਾ ਮਨੁੱਖ ਆਪਣੇ ਹਿਰਦੇ ਅੰਦਰ ਝਾਤੀ ਮਾਰ ਕੇ ਕਰ ਸਕਦਾ ਹੈ। ਇਸ ਬਾਰੇ ਉਹਨਾਂ ਦਾ ਵਿਚਾਰ ਹੈ, ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇਖ। ਉਹ ਲਿਖਦੇ ਹਨ ਕਿ ਜੇ ਤੂੰ ਸਮਝਦਾਰ ਹੈ, ਤੇਰੇ ਵਿੱਚ ਸਮਝ ਹੈ, ਤਾਂ ਮਾੜੇ ਕਰਮ ਨਾ ਕਰ ਅਤੇ ਆਪਣੇ ਅੰਦਰ ਜਾ ਕੇ ਆਪਣੇ ਅੰਦਰ ਝਾਕ ਕੇ ਦੇਖ ਕਿ ਤੇਰੇ ਅੰਦਰ ਕਿੰਨੀਆਂ ਬੁਰਾਈਆਂ ਹਨ। ਜਦੋਂ ਤੂੰ ਆਪਣੀਆਂ ਬੁਰਾਈਆਂ ਨੂੰ ਦੇਖੇਂਗਾ ਤਾਂ ਫਿਰ ਤੈਨੂੰ ਕਿਸੇ ਦੀ ਵੀ ਬੁਰਾਈ ਦਿਖਾਈ ਨਹੀਂ ਦੇਵੇਗੀ ਅਤੇ ਤੂੰ ਮਾੜੇ ਕਰਮ ਨਹੀਂ ਕਰੇਂਗਾ। ਉਹਨਾਂ ਦਾ ਅਗਲਾ ਵਿਚਾਰ ਹੈ ਮਾੜੇ ਕਰਮ ਕਰਨ ਦਾ ਨੁਕਸਾਨ। ਬਾਬਾ ਫਰੀਦ ਜੀ ਨੇ ਕੇਵਲ ਚੰਗੇ ਅਮਲ ਅਪਣਾਉਣ ਦਾ ਸੰਦੇਸ਼ ਹੀ ਨਹੀਂ ਦਿੱਤਾ, ਸਗੋਂ ਮਾੜੇ ਕਰਮਾਂ ਦੀਆਂ ਬੁਰਾਈਆਂ ਵੱਲ ਵੀ ਸੰਕੇਤ ਕੀਤਾ ਹੈ। ਮਾੜੇ ਕਰਮ ਕਰਨ ਦਾ ਨੁਕਸਾਨ ਵੀ ਹੁੰਦਾ ਹੈ, ਇਸ ਲਈ ਮਨੁੱਖ ਨੂੰ ਸੰਭਲ ਕੇ ਜ਼ਿੰਦਗੀ ਬਿਤਾਉਣੀ ਚਾਹੀਦੀ ਹੈ। ਉਹ ਮਾੜੇ ਕਰਮ ਤੋਂ ਬਚਦਿਆਂ ਹੋਇਆਂ ਉਹਨਾਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਉਹਨਾਂ ਆਪਣੇ ਵਿਚਾਰ ਸਪਸ਼ਟ ਕਰਦੇ ਹਨ। ਫਰੀਦਾ ਦੇਖ ਕਪਾਹੇ ਜੇ ਥੀਆ, ਜੇ ਸਿਰ ਥੀਆ ਤਿਲਾ, ਕਮਾਦੇ ਅਰ ਕਾਗਦੈ ਕੁੰਨੇ ਕੋਏ ਲਿਆ, ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤਿਨਾ। ਫਰੀਦ ਜੀ ਕਹਿੰਦੇ ਹਨ ਕਿ ਕਪਾਹ ਨੂੰ ਦੇਖੋ ਕਿ ਉਸ ਨੂੰ ਪਿੰਜਿਆ ਜਾਂਦਾ ਹੈ, ਇਸੇ ਤਰ੍ਹਾਂ ਤਿਲਾਂ ਨੂੰ ਵੀ ਜਿਹੜਾ ਨਪੀੜ ਕੇ ਉਹਨਾਂ ਵਿੱਚੋਂ ਤੇਲ ਕੱਢਿਆ ਜਾਂਦਾ ਹੈ। ਕਮਾਦ ਗੰਨਾ ਜਿਹੜਾ ਹੈ ਉਸ ਨੂੰ ਵੀ ਨਪੀੜਿਆ ਜਾਂਦਾ ਹੈ ਅਤੇ ਕੁੰਨੇ ਹੇਠ ਕੋਇਲਾ ਜਿਹੜਾ ਹੈ ਉਹ ਵੀ ਸੜਦਾ ਹੈ। ਮੰਦੇ ਅਮਲ ਕਰਨ ਵਾਲੇ ਜਿਹੜੇ ਮਨੁੱਖ ਹਨ ਉਹਨਾਂ ਨੂੰ ਵੀ ਇਹੋ ਜਿਹੀ ਹੀ ਸਜ਼ਾ ਮਿਲਦੀ ਹੈ। ਬਾਬਾ ਫਰੀਦ ਜੀ ਦਾ ਅਗਲਾ ਵਿਚਾਰ ਹੈ, ਉਸ ਬਾਰੇ ਅਸੀਂ ਗੱਲ ਕਰੀਏ ਕਿ ਉਹ ਨਿਰਾਸ਼ਾਵਾਦੀ ਕਵੀ ਹਨ ਜਾਂ ਆਸ਼ਾਵਾਦੀ। ਤਾਂ ਬਾਬਾ ਫਰੀਦ ਜੀ ਦੀ ਬਾਣੀ ਨੂੰ ਪੜ੍ਹ ਕੇ ਕੁਝ ਆਲੋਚਕ ਉਹਨਾਂ ਨੂੰ ਨਿਰਾਸ਼ਾਵਾਦੀ ਕਵੀ ਮੰਨਦੇ ਹਨ। ਉਹਨਾਂ ਅਨੁਸਾਰ ਬਾਬਾ ਫਰੀਦ ਜੀ ਦੀ ਕਵਿਤਾ ਵਿੱਚੋਂ ਜ਼ਿੰਦਗੀ ਪ੍ਰਤੀ ਨਿਰਾਸ਼ਾ ਝਲਕਦੀ ਹੈ। ਨਿਰਾਸ਼ਾਵਾਦ ਨਾਲ ਸੰਬੰਧਿਤ ਉਹਨਾਂ ਦੇ ਵਿਚਾਰ ਹਨ, ਫਰੀਦਾ ਤਨ ਸੁੱਕਾ ਪਿੰਜਰ ਥੀਆ, ਤਲੀਆਂ ਖੂੰਡੈ ਕਾਗ, ਅਜੇ ਸੁਰੱਬ ਨ ਬੌੜਿਓ, ਦੇਖ ਬੰਦੇ ਕੇ ਭਾਗ। ਫਰੀਦ ਜੀ ਕਹਿੰਦੇ ਹਨ ਕਿ ਤਨ ਜਿਹੜਾ ਹੈ, ਸਰੀਰ ਜਿਹੜਾ ਹੈ ਸੁੱਕ ਕੇ ਹੱਡੀਆਂ ਦੀ ਮੁੱਠ ਹੋ ਗਿਆ ਹੈ ਅਤੇ ਸਰੀਰ ਦਾ ਮਾਸ ਜਿਹੜਾ ਹੈ ਸਮੇਂ ਨੇ ਚੂੰਡ ਲਿਆ ਹੈ, ਮਤਲਬ ਮਨੁੱਖ ਬੁੱਢਾ ਹੋ ਗਿਆ ਹੈ। ਅਜੇ ਸੁਰੱਬ ਨ ਬੌੜਿਓ, ਦੇਖ ਬੰਦੇ ਕੇ ਭਾਗ, ਅਜੇ ਵੀ ਪਰਮਾਤਮਾ ਨਹੀਂ ਆਇਆ, ਉਸ ਅਸਤਿਤਵ ਦੇ ਦੀਦਾਰ ਨਹੀਂ ਹੋਏ, ਮੇਰੀ ਮਾੜੀ ਕਿਸਮਤ ਦੇਖੋ। ਪਰ ਸਾਡਾ ਵਿਚਾਰ ਹੈ ਕਿ ਉਹਨਾਂ ਦੀ ਬਾਣੀ ਨਿਰਾਸ਼ਤਾ ਅਤੇ ਨਾਲ ਭਰਪੂਰ ਨਾ ਹੋ ਕੇ ਆਸ਼ਾਵਾਦੀ ਸੁਰ ਵਾਲੀ ਹੈ। ਉਹ ਬੁਢਾਪੇ ਦਾ ਵਰਣਨ ਤਾਂ ਕਰਦੇ ਹਨ ਕਿ ਪਰਮਾਤਮਾ ਨੂੰ ਮਿਲਣ ਦੀ ਆਸ ਜਿਹੜੀ ਹੈ ਉਹ ਉਹਨਾਂ ਦੀ ਅਜੇ ਵੀ ਕਾਇਮ ਹੈ। ਉਹਨਾਂ ਦਾ ਵਿਚਾਰ ਹੈ, ਕਾਗਾਂ ਕਰੰਗ ਢਢੋਲਿਆ, ਸਗਲਾ ਖਾਇਆ ਮਾਸ, ਇਹ ਦੁਇ ਨੈਣਾ ਮਤ ਛੁਇਓ, ਪਿਰ ਦੇਖਣ ਕੀ ਆਸ। ਕਿ ਸਮੇਂ ਨੇ ਮੇਰਾ ਸਰੀਰ ਚੂੰਡ ਲਿਆ ਹੈ, ਸਾਰਾ ਮਾਸ ਚੂੰਡ ਲਿਆ ਹੈ ਅਤੇ ਖ਼ਤਮ ਕਰ ਦਿੱਤਾ ਹੈ, ਪਰ ਅਜੇ ਵੀ ਮੈਨੂੰ ਆਸ ਹੈ ਕਿ ਮੇਰੀਆਂ ਅੱਖਾਂ ਦੀ ਰੋਸ਼ਨੀ ਨਾ ਜਾਵੇ, ਇਹਨਾਂ ਨੂੰ ਦਿਖਣੋਂ ਬੰਦ ਨਾ ਹੋਵੇ, ਕਿਉਂਕਿ ਉਸ ਪਰਮਾਤਮਾ ਨੂੰ ਮਿਲਣ ਦੀ ਆਸ ਹੈ, ਉਸ ਅਸਤਿਤਵ ਨਾਲ ਇੱਕ ਹੋਣ ਦੀ ਮੇਰੀ ਆਸ ਹੈ। ਉਪਰੋਕਤ ਆਧਾਰ 'ਤੇ ਅਸੀਂ ਕਹਿ ਸਕਦੇ ਹਾਂ ਕਿ ਬਾਬਾ ਫਰੀਦ ਜੀ ਦੀ ਬਾਣੀ ਉੱਚੇ ਪਾਏ ਦੀ ਅਤੇ ਕਮਾਲ ਦੀ ਰਚਨਾ ਹੈ। ਧੰਨਵਾਦ।